आउज़ुबिल्लाहि मिनश्शैतानिर्रजीम बिस्मिल्लाहिर्रहमानिर्रहीम अल्लाहुम्मा सल्लि अला सय्यदना मौलाना मुहम्मदिन व अला आलिहि व सहबिहि व बारिक वसल्लम। तमाम तारीफ़ें रब्बुल इज़्ज़त की हैं जो तमाम जहानों को पालने वाला है, जिसकी तमाम जहानों में बादशाहत है, जो तमाम मखलूक़ात की शक्ल व सूरत बनाने वाला, उनको रिज़्क़ देने वाला है। मैं हूँ हकीम आमिर शहज़ाद डस्का से। नाज़िराम, आज हम एक बड़ी आला शख्सियत के पास बैठे हैं। इनकी चंद बातें भी प्यारी प्यारी इनसे आपकी खिदमत में अर्ज़ करते हैं। इनका नाम है मोहम्मद कमर साहब, हकीम मोहम्मद कमर साहब। तो ये हमारे इलाका से हैं, डस्का से हैं, और ये कोहना मश्क तबीब हैं, यानी बड़ी पुरानी इनकी मशक है। और कई सन्यासियाँ नाराज़, कई लाजवाब कुश्ता जात ये तैयार करते रहते हैं, मुझे दिखाते भी रहते हैं। तो इनसे ज़रा बात करते हैं। चंद कुश्ता जात, कुश्ता फलाद अभी इन्होंने मुझे दिखाया, वो इनसे पूछते हैं। अस्सलाम वालेकुम जी। वालेकुम सलाम। बाऊ जी की हाल है जी, अल्लाह का शुक्र। अच्छा, पहला सब तो पहला तुम अपना तारफ़ कराओ नाज़रीन नूं। तुहाडा नाम की है? मेरा नाम जी चौधरी कमरुद्दीन। कमरुद्दीन। अच्छा, वो कुश्ता फलाद जिहड़ा है, जी जी वो जिहड़ा तुसीं फलाद दा कुश्ता फलाद जिहड़ा पे दसदे हो, जी। वो ज़रा इन्हां नूं नाज़रीन दसो कि उसदी मुकम्मल तरकीब की है। अभी यहाँ ऑक्सीजन भी तैयार होता है। हाँ जी, नहीं हीराकसीस वाला, हीरा कसीस वाला। हीराकसीस वाला। ਇਹਦੇ ਹਕੀਮ ਸਾਹਿਬ ਮੁxtਲਿਫ ਤਰੀਕੇ ਨੇ ਇਹਨੂੰ ਬਣਾਉਣ ਦੇ, ठीक है। ਲੇਕਿਨ ਜਿਹੜਾ ਸਭ ਤੋਂ ਆਸਾਨ ਤਰੀਕਾ ਹੈ हाँ, ਉਹ 1 ਕਿਲੋ ਹੀਰਾ ਕਸੀਸ ਲੈ ਲਓ, ठीक है। ਅੱਧਾ ਕਿਲੋ ਸੋਡਾ ਕੱਪੜੇ ਧੋਣ ਵਾਲਾ, ਮਿੱਠਾ ਬਾਈਕਾਰਬ। ਸੋਡਾ ਨਹੀਂ, ਬਸ ਸੋਡਾ ਬਾਈਕਾਰਬ, ਖਾਰਾ ਸੋਡਾ ਜਿਹਨੂੰ ਕਹਿੰਦੇ ਨੇ, ਉਹ ਲੈਣਾ। ठीक है। ਦੋਵਾਂ ਨੂੰ ਹੀਰਾ ਕਸੀਸ ਨੂੰ ਪੀਸ ਕੇ ठीक है। ਉਹਦੇ 'ਚ ਪਾਣੀ ਪਾ ਦਿਓ ਅਲੱਗਾ, लैदा। ਸੋਡੇ ਨੂੰ ਪਾਣੀ 'ਚ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਲਓ। ठीक है, यानी दोवां नूं लैदा करना। ਅਲੱਗ ਕਰਨਾ, ਅਲੱਗ ਕਰਕੇ ਫਿਰ ਸੋਡੇ ਵਾਲਾ ਪਾਣੀ ਥੋੜਾ ਥੋੜਾ ਉਹਦੇ 'ਚ ਪਾਈ ਜਾਓ ਤੇ ਉਹਨੂੰ ਹਲਾਈ ਜਾਓ। यानी तुहाडा मतलब है कि जिहड़ा हीराकसीस दा महलूल लैदा तैयार होवे, ਅਲੱਗ सोडा बाईकार्ब दा लैदा है, ਜੀ ਜੀ। ते जिहड़ा बाईकार्ब वाला महलूल है वो ਥੋੜਾ ਕਰਕੇ ਹੀਰਾ ਕਸੀਸ 'ਚ ਪਾਉਣਾ। ਪਾਣਾ ਤੇ ਉਹਨੂੰ ਮਿਕਸ ਕਰੀ ਜਾਣਾ। हिलांदे रहना। ठीक है। ਇਹਦੇ 'ਚ ਪਾਣੀ ਜ਼ਿਆਦਾ ਪਾ ਕੇ ਇਹਨੂੰ ਰੱਖ ਦਿਓ। ठीक है। ਦਿਹਾੜੀ 'ਚ ਇੱਕ ਦੋ ਵਾਰੀ ਹਿਲਾ ਦਿਓ ਤੇ ਦੂਸਰੇ ਦਿਨ ਇਹਨੂੰ ਦੇਖੋ ਤੇ ਫਲਾਦ ਥੱਲੇ ਬੈਠਾ ਹੋਏਗਾ, ठीक है। ਉਤੋਂ ਪਾਣੀ ਨਿਥਾਰ ਦਿਓ। राम नाल। 3-4 ਪਾਣੀ ਬਦਲ ਲੈਣਾ, ठीक है। ਸੋਡੇ ਦਾ ਅਸਰ ਇਹ 'ਚੋਂ ਖਤਮ ਹੋ ਜਾਏ। अच्छा, 4 ਪਾਣੀ ਬਦਲੋ ਕਮ ਅਜ਼ ਕਮ। कम अज कम। ठीक है, यानी वो हीराकसीस नूं 4 वारी तुहां धोना है। ठीक। ਪਾਣੀ ਪਾ ਕੇ ਰੱਖ ਦਿਓ, 2-4 ਘੰਟੇ ਰੱਖ ਦਿਓ, ਜਿਹੜਾ ਥੱਲੇ ਬਹਿ ਜੇ ਉਤੋਂ ਪਾਣੀ ਲਾ ਦਿਓ। ठीक है। ਉਸ ਤੋਂ ਬਾਅਦ ਇਹਨੂੰ ਤੁਸੀਂ ਅੱਗ ਤੇ ਵੀ ਖੁਸ਼ਕ ਕਰ ਸਕਦੇ ਹੋ, ਲੇਕਿਨ ਬਿਹਤਰੀਨ वो ਜਿਹੜਾ फलाद फड़ाया जहाँ भला, ਬਿਹਤਰੀਨ ਹੈ, कढ़ाई वाला। ਜਿਹੜਾ ਬਿਹਤਰੀਨ ਹੈ ਉਹਨੂੰ ਧੁੱਪ 'ਚ ਖੁਸ਼ਕ ਕਰੋ। ठीक है। ਇਹਦੀ ਤਸੀਰ ਬਹੁਤ ਠੰਡੀ ਹੈ, ਗਰਮੀਆਂ ਦੇ ਵਿੱਚ ਕੰਮ ਆਵੇਗਾ। यानी तमाम ਜਿਹੜੇ ਕੁਸ਼ਤਾ ਫਲਾਦ ਦੇ ਖਵਾਸਨੇ ਦੇ ਵਿੱਚ ਨੇ। ਇਹਦੇ ਵਿੱਚ ਨੇ, ਔਰ ਤੁਸੀਂ ਕਿਸੇ ਨਹੀਂ ਕੜਾਈ ਵਾਲਾ, ਕੜਾਈ ਵਾਲਾ। ਇਹਦੇ 'ਚ ਕਿਸੇ ਕਿਸਮ ਦੇ ਸ਼ੱਕ ਸ਼ੁਬੇ ਦੀ ਗੁੰਜਾਇਸ਼ ਨਹੀਂ ਰਹਿੰਦੀ। ਬਿਲਕੁਲ ਜ਼ਬਰਦਸਤ ਕੁਸ਼ਤਾ ਤੇ ਬੜੀ ਜਲਦੀ ਤਿਆਰ ਹੋ ਜਾਂਦਾ ठीक है। ਤੇ ਅਸਰ ਵੀ ਫੌਰੀ ਕਰਦਾ, फौरी असर करता। ਰੰਗ ਚਿਹਰੇ ਦਾ ਸੁਰਖ ਕਰ ਦਿੰਦਾ। ਇਹ ਉਹੀ ਕੁਸ਼ਤਾ ਫਲਾਦ ਹੈ ਵਧੀਆ ਤਿਆਰ ਕੀਤਾ ਹੁਣ ਇਹ। ਜਿਹੜਾ ਕਿ ਸੋਡਾ ਬਾਈਕਾਰਬ ਵਾਲਾ ਔਰ ਹੀਰਾਕਸੀਸ ਵਾਲਾ ਬਾਹੂ ਹੀ ਦੱਸਦੇ ਨੇ ਪਏ। ਹਾਂਜੀ, ਤੇ ਇਹਨਾਂ ਮੈਨੂੰ ਵਹਾਇਆ ਵੀ ਹੈ ਤੇ ਇਹ ਬੜਾ ਲਾਜਵਾਬ ਕੁਸ਼ਤਾ ਹੈ ਤੇ ਔਰ ਅਸਾਂ ਮਕਨਾਤੀਸ ਲਾ ਕੇ ਦੇਖਿਆ ਜੀ, ਮਕਨਾਤੀਸ ਵੀ ਲੱਗਦਾ ਇਹਨੂੰ। ਠੀਕ ਹੈ। ਅੱਛਾ ਬਾਹੂ ਜੀ, ਹੁਣ ਇਹ ਤੇ ਹੋ ਗਿਆ ਕੁਸ਼ਤਾ ਫਲਾਦ ਦੀ ਗੱਲ। ਜੀ ਜੀ। 4 ਦਫਾ ਧੋਣ ਤੋਂ ਬਾਅਦ ਇਹ ਧੁੱਪ ਦੇ ਵਿੱਚ ਖੁਸ਼ਕ ਕਰ ਲਓ। ਧੁੱਪ 'ਚ ਖੁਸ਼ਕ ਕਰ ਲਓ, ਬਰੀਕ ਪੀਸ ਕੇ ਆਪਣੇ ਕੋਲ ਤਿਆਰ ਹਾਲਾਂ ਪੀਸਣਾ, ਇਹਨੂੰ ਸੂਫ ਕਰਨਾ, ਖਰਲ ਕਰਾਂਗੇ, ਠੀਕ ਹੋ ਜਾਏਗਾ ਇਨਸ਼ਾਅੱਲਾ। ਹਾਂ ਹਾਂ, ਮਤਲਬ ਕਿ ਖਰਲਾਉਣ ਵਾਲਾ ਖਰਲ ਕਰਕੇ ਧੁੱਪ 'ਚ ਖੁਸ਼ਕ ਕਰ ਲਓ। ਬਿਹਤਰੀਨ, ਖੁਸ਼ਕ ਕਰਕੇ ਸ਼ੀਸ਼ੀ ਸੰਭਾਲ ਰੱਖੋ ਇਹਨੂੰ ਹਰ ਜਗ੍ਹਾ ਹਰ ਤੇ। ਜਗ੍ਹਾ ਇਸਤੇਮਾਲ ਕਰੋ, ਯਾਨੀ ਤਮਾਮ ਮਰਕਮ ਨੁਸਖਿਆਂ 'ਚ ਵੀ ਉਹ ਕੱਲਿਆਂ ਵੀ ਜਿਸ ਤਰ੍ਹਾਂ ਮਰਜ਼ੀ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ, ਦੇ ਸਕਦੇ ਹੋ। ਬਿਲਕੁਲ ਮਹਿਫੂਜ਼ ਹੈ, ਅੱਛਾ। ਬਿਹਤਰੀਨ ਚੀਜ਼ ਹੈ। ਹੁਣ ਇਹ ਵੇ ਕਿ ਜਿਹੜਾ ਵੇ ਇਹ ਕੁਸ਼ਤਾ ਜਿਹੜਾ ਤਾਂਬਾ ਪੇ ਦੱਸਦੇ ਹੋ, ਜੀ ਜੀ। ਇਹ ਤਾਂਬੇ ਨੂੰ ਤਿਆਰ ਕਰਨ ਦਾ ਜਿਹੜਾ ਤਰੀਕਾ ਤੁਹਾਨੂੰ ਵਹਾਇਆ ਇਹ ਨੀਲੇ ਤੋਂ ਹਾਸਲ ਕੀਤਾ ਜੀ, ਤੂਤੀ। ਨੀਲੇ ਚੋਂ ਕਿਸ ਤਰ੍ਹਾਂ, ਇਹਦੀ ਜ਼ਰਾ ਤਰਕੀਬ ਦੱਸੋ ਕਿਸ ਤਰ੍ਹਾਂ ਹੈ। ਇਹਦੇ ਮੁxtਲਿਫ ਤਰੀਕੇ ਨੇ, ਲੇਕਿਨ ਜਿਹੜਾ ਸਭ ਤੋਂ ਆਸਾਨ ਹੈ ਨਾ, ਅਸੀਂ ਆਸਾਨ ਰਸਤਾ ਲੱਭਦੇ ਹਾਂ, ਸਾਰੇ ਕੋਸ਼ਿਸ਼ ਕਰਨੇ ਆ ਖਰਚਾ ਵੀ ਘੱਟ ਹੋਵੇ ਤੇ ਚੀਜ਼ ਵੀ ਆਸਾਨੀ ਨਾਲ ਬਣ ਜਾਏ, ਜ਼ਿਆਦਾ ਮਿਹਨਤ ਨਾ ਕਰਨੀ ਪਵੇ। ਠੀਕ ਹੈ। ਹਾਂਜੀ। ਠੀਕ ਹੈ। ਨੀਲਾ ਥੋਥਾ ਬਰੀਕ ਕਰਕੇ ਤੇ ਇਹਨੂੰ ਪਾਣੀ 'ਚ ਪਾ ਕੇ ਰੱਖ ਦੇਣਾ। ਠੀਕ ਹੈ। ਅੱਛੀ ਕਿਸਮ ਦੇ ਸਿਲਵਰ ਦੀਆਂ ਤਾਰਾਂ ਲੈਣੀਆਂ ਨੇ, ਠੀਕ ਹੈ। ਉਹ ਇਹਦੇ ਵਿੱਚ ਡੁਬੋ ਦੇਣੀਆਂ ਨੇ। ਯਾਨੀ 5 ਤੋਲਾ ਲੀਲਾ ਹੋਵੇ, ਇਹ 5 ਤੋਲੇ ਇੱਕ ਸਟਾਕੀ ਹੋਵੇ, ਹਾਂ, 1 ਕਿਲੋ ਪਾਣੀ 'ਚ ਘੋਲ ਦਈਏ। ਕਿਲੋ ਪਾਣੀ 'ਚ ਘੋਲ ਦਿਓ। ਠੀਕ ਹੈ। ਸਿਲਵਰ ਦੇ ਤਾਰ ਲੈ ਕੇ ਜੀ ਹਕੀਮ ਸਾਹਿਬ, ਜੀ ਜੀ।
ਉਹ ਵਿੱਚ ਰੱਖੋ, ਤੁਸੀਂ ਹੈਰਾਨ ਹੋ ਜਾਓਗੇ, ਉਹਦਾ ਉਸੇ ਵੇਲੇ ਰਿਐਕਸ਼ਨ ਸ਼ੁਰੂ ਹੋ ਜਾਏਗਾ। ਠੀਕ ਹੈ। ਥੋੜੀ ਦੇਰ ਬਾਅਦ ਹੀ ਤਾਂਬਾ ਜਿਹੜਾ ਉਹ ਸਿਲਵਰ ਦੇ ਨਾਲ ਜੁੜਨਾ ਸ਼ੁਰੂ ਹੋ ਜਾਏਗਾ। ਚਮੜਾ ਸ਼ੁਰੂ ਹੋ ਜਾਏਗਾ। ਠੀਕ ਹੈ। ਤੁਸੀਂ ਇਹਨੂੰ 2-4 ਘੰਟੇ ਰੱਖੋ, ਪੂਰੀ ਰਾਤ ਪਿਆ ਰਹਿਣ ਦਿਓ। ਸਵੇਰ ਸਿਲਵਰ ਦੇ ਨਾਲੋਂ ਉਹਨੂੰ ਲਾਹ ਕੇ ਤਾਂਬੇ ਨੂੰ ਉਹਦੀ ਸਫਾਈ ਕਰਨ ਵਾਸਤੇ ਮੁਖਤਲਿਫ ਤਰੀਕੇ ਨੇ, ਲੇਕਿਨ ਕਿਸੇ ਤੇਜ਼ਾਬ ਦੀ ਲੋੜ ਨਹੀਂ। ਨਿੰਬੂ ਦਾ ਪਾਣੀ ਨਾਲ ਧੋ ਲਓ, ਸਾਫ ਸੁਥਰਾ ਤਾਂਬਾ ਹਾਸਲ ਹੁੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਇਹਨੂੰ ਹੁਣ ਅਸਾਂ ਅੱਕ ਦੇ ਦੁੱਧ 'ਚ ਇਹਨੂੰ ਭਿਓਇਆ ਤੇ ਹੁਣ ਖੁਸ਼ਕ ਹੋ ਗਿਆ ਅੱਕ ਦਾ ਦੁੱਧ। ਠੀਕ ਹੈ। ਇਹਦਾ ਹਾਲਾ ਮਜ਼ੀਦ ਇਹਦੇ ਵਿੱਚ ਕਰਾਂਗੇ। ਦੇਖੋ ਵਿੱਚ ਰਾਤ ਜਿਹੜੇ ਤਾਂਬੇ ਦੇ ਤੁਹਾਨੂੰ ਨਜ਼ਰ ਆਉਣਗੇ ਕੀਮ ਸਾਹਿਬ, ਆ ਦੇਖੋ ਆ ਬਿਲਕੁਲ ਹੈ ਨੇ ਤਾਂਬੇ ਦੇ ਹਾਲਾ। ਇਹ ਪੂਰਾ ਨਹੀਂ ਹੋਇਆ, ਇਹਨੂੰ ਇਹਦੀ ਰਗੜਾਈ ਕਰਕੇ ਤੇ ਫਿਰ ਇਹਨੂੰ ਅੱਗ ਦਿਆਂਗੇ। ਠੀਕ ਹੈ। ਇਹਨੂੰ 2.5 ਤੋਲੇ ਤਾਂਬਾ ਤੇ 1 ਪਾ ਦੁੱਧ ਅੱਕ ਦਾ ਠੀਕ ਹੈ। ਇਹਦੇ 'ਚ ਜਿਹੜਾ ਜਜ਼ਬ ਕਰਾਉਣਾ ਹੈ। ਠੀਕ ਹੈ। ਤੇ ਇਹਨੂੰ 45 ਕਿਲੋ ਦੀ ਅੱਗ ਦੇਣੀ ਹੈ ਅਸਾਂ। ਜੀ ਠੀਕ ਹੈ। ਫਿਰ ਇਹਦੇ ਵਿੱਚ ਅੱਧ ਪਾ ਦੁੱਧ ਜਜ਼ਬ ਕਰਾ ਕੇ ਤੇ ਫਿਰ ਇਹਨੂੰ ਅਸਾਂ 30 ਕਿਲੋ ਗੋਹਿਆਂ ਦੀ ਅੱਗ ਦੇਣੀ। ਤੇ ਗੋਹੇ ਜਿਹੜੇ ਨੇ ਉਹ ਪੁਰਾਣੇ ਗੋਹੇ ਜਿਹਨਾਂ ਨੂੰ ਅਸੀਂ ਢੱਕਲੇ ਕਹਿੰਦੇ ਜੀ ਕੀਮ ਸਾਹਿਬ, ਉਹ ਹੋਣੇ ਚਾਹੀਦੇ ਨੇ। ਠੀਕ ਹੈ। ਅੱਜ ਕੱਲ੍ਹ ਗੋਹੇ ਬੜੇ ਪਤਲੇ ਆਉਂਦੇ ਨੇ, ਅੱਗ ਬਲ ਕੇ ਤੇ ਉਸ ਵੇਲੇ ਬੁੱਝ ਜਾਂਦੀ, ਸੌਂ ਜਾਂਦੀ ਅੱਗ। ਠੀਕ ਹੈ। ਇਹਨੂੰ ਗੋਹੇ ਚਾਹੀਦੇ ਨੇ ਢੱਕਲੇ ਬਹੁਤ ਜ਼ਿਆਦਾ ਅੱਗ, ਜਿਹੜੇ ਭਾਰੇ ਕਿਸਮ ਦੇ ਹੁੰਦੇ ਨੇ। ਤੇ ਇਹ ਵੀ ਨਾ ਬਿਲਕੁਲ ਬੇਜ਼ਰਰ ਹੈ। ਇਹਦੇ 'ਚ ਕੋਈ ਜਿਹੜਾ ਨਾ ਡਰ ਖੌਫ ਇਹਦੇ ਜੀ ਕੁਝ ਨਹੀਂ ਹੈਗਾ। ਠੀਕ ਹੈ। ਕਿ ਜਨਾਬ ਇਹਦਾ ਕੋੜ ਨਹੀਂ ਮਰਿਆ, ਇਹਦਾ ਜ਼ੰਗ ਨਹੀਂ ਗਿਆ, ਇਹਦਾ ਫਲਾਣ ਨਹੀਂ ਗਿਆ। ਬਿਲਕੁਲ ਬੇਜ਼ਰਰ ਚੀਜ਼ ਤਿਆਰ ਹੁੰਦੀ ਹੈ। ਯਾਨੀ ਕੁਸ਼ਤਾ ਲੀਲਾ ਬਿਹਤਰੀਨ ਤਿਆਰ ਹੁੰਦਾ ਹੈ ਤੇ ਤਮਾਮ ਕੁਸ਼ਤਾ ਤਾਂਬਾ ਜਿਹੜਾ ਤਾਂਬਾ। ਤੇ ਅੱਛਾ ਮੈਨੂੰ ਬਾਊ ਜੀ, ਉਹ ਜਿਹੜੀ ਤੁਸੀਂ ਗੱਲ ਵੀ ਇੱਕ ਦਿਨ ਦੱਸਦੇ ਹੋ ਮਰਮ ਦੀ, ਜੀ ਜੀ ਉਹ ਤੁਸੀਂ ਆਂਦੇ ਹੋ ਕਿ ਬੜੀ ਅਕਸਰੀ ਮਰਮ ਅਸੀਂ ਤਿਆਰ ਕਰਨੇ ਆ, ਜੀ ਜੀ ਉਹਦੀ ਬੜੀ ਮੰਗ ਹੈ ਤੇ ਬੜੀ ਡਿਮਾਂਡ ਹੈ। ਜੀ ਜੀ ਉਹਦੇ ਮੁਤਲਕ ਜ਼ਰਾ ਦੱਸੋ ਹਾਂ ਨਾਜ਼ਰੀਨ ਨੂੰ ਕਿ ਉਹ ਕੀ ਚੀਜ਼ ਹੈ। ਉਹ ਚੀਜ਼ ਵਿੱਚ ਹਕੀਮ ਸਾਹਿਬ ਇਸ ਤਰ੍ਹਾਂ ਕਿ ਮੈਂ ਉਹਦੇ 'ਚ ਜਿਹੜੇ ਤੇਲ ਇਸਤੇਮਾਲ ਕਰਨਾ ਨਾ, ਹਾਂ ਹਾਂ ਉਹ ਤੇਲ ਵੀ ਮੈਂ ਜ਼ਿਆਦਾ ਕੋਸ਼ਿਸ਼ ਕਰਕੇ ਆਪ ਹੀ ਤਿਆਰ ਕਰਨਾ। ਠੀਕ ਹੈ। ਠੀਕ ਹੈ ਜੀ। ਠੀਕ ਹੈ। ਕਿਉਂ ਤੁਸੀਂ ਸਮਝਦੇ ਇਸ ਚੀਜ਼ ਨੂੰ ਕਿ ਸਾਡਾ ਜਿਹੜਾ ਮਹਿਕਮਾ ਨਾ ਹਕੀਮ ਸਾਹਿਬ, ਜੀ ਜੀ ਮੈਂ ਕੁਚਲਾ ਤਿਆਰ ਕੀਤਾ, ਠੀਕ ਹੈ। ਉਹਨੂੰ 10-15 ਦਿਨ ਮੈਂ ਕੁਆਰ ਗੰਦਲ ਦੇ ਪਾਣੀ 'ਚ ਭਿਓਇਆ। ਉਹਨੂੰ ਸਾਫ਼ ਕਰਕੇ ਉਹਦਾ ਛਿਲਕਾ ਲਾ ਕੇ ਪਿੱਤਾ ਕੱਢ ਕੇ ਉਹਦੇ ਨਾਖੂਨ ਕੱਟ ਕੇ ਫਿਰ ਮੈਂ ਉਹਨੂੰ ਅਦਰਕ ਦੇ ਪਾਣੀ 'ਚ ਖੁਸ਼ ਕੀਤਾ, ਠੀਕ ਪਾਣੀ 'ਚ ਤਰ ਰੱਖਿਆ। ਜੀ ਜੀ 10-15 ਦਿਨ 10-15 ਦਿਨ 10-15 ਦਿਨ ਤਰ ਕਰਕੇ ਉਹ ਸਾਡਾ ਕੁਚਲਾ ਤੇ ਤਿਆਰ ਹੋ ਗਿਆ ਹਕੀਮ ਸਾਹਿਬ। ਠੀਕ ਹੈ। ਮੈਂ ਸੋਚਿਆ ਕਿ ਇਹ ਜਿਹੜਾ ਅਦਰਕ ਦਾ ਪਾਣੀ ਹੈ, ਜੀ ਜੀ ਇਹਦੇ ਵਿੱਚ ਕੁਚਲੇ ਦਾ ਵੀ ਅਸਰ ਹੈ, ਥੋੜਾ ਬਹੁਤਾ ਕੁਆਰ ਗੰਦਲ ਦਾ ਵੀ ਵਿੱਚ ਅਸਰ ਤੇ ਹੈ, ਕਿਉਂਕਿ ਕੁਚਲੇ ਨੇ ਪਹਿਲਾਂ ਕੁਆਰ ਗੰਦਲ ਦਾ ਪਾਣੀ ਪੀਤਾ ਸੀ, ਠੀਕ ਹੈ। ਫਿਰ ਉਹ ਅਦਰਕ ਦੇ ਪਾਣੀ 'ਚ ਰਿਹਾ। ਜੀ ਜੀ ਤੇ ਮੈਂ ਕਿਹਾ ਪਾਣੀ ਜ਼ਾਇਆ ਕਰਨ ਦੀ ਕੀ ਲੋੜ ਹੈ, ਇਹਦਾ ਤੇਲ ਬਣਾ ਲਈਏ। ਠੀਕ ਹੈ। ਉਹ ਇਹ ਨਹੀਂ ਸਮਝ ਲਓ ਕਿ ਅਗਰ 1 ਕਿਲੋ ਅਦਰਕ ਦਾ ਪਾਣੀ ਸੀ ਨਾ, ਤੇ ਮੈਂ 1 ਕਿਲੋ ਤਿਲਾਂ ਦਾ ਤੇਲ ਪਾ ਕੇ ਠੀਕ ਹੈ। ਉਹਨੂੰ ਹਲਕੀ ਅੱਗ ਤੇ ਖੁਸ਼ਕ ਕਰ ਲਿਆ, ਪਾਣੀ ਖੁਸ਼ਕ ਹੋ ਗਿਆ, ਤੇਲ ਬਚ ਗਿਆ। ਜੀ ਜੀ ਉਹ ਤੇਲ ਵੀ ਮੈਂ ਉਸ ਮਰਮ 'ਚ ਇਸਤੇਮਾਲ ਕਰਨਾ। ਵਾਹ ਕੀ ਬਾਤ ਹੈ। ਅੱਛਾ ਬਾਊ ਜੀ ਹੈ ਇਸ ਟਾਈਮ ਹੈ ਕੋਲ ਥੋੜੀ ਮੈਂ ਤੁਹਾਨੂੰ ਜੀ ਥੋੜਾ ਐਗਜ਼ਾਮਪਲ ਦਿਆਂਗਾ। ਠੀਕ ਹੈ। ਅਗਲੀ ਹਕੀਮ ਸਾਹਿਬ ਗੱਲ ਹੈਰਾਨਗੀ ਦੀ ਇਹ ਵੇ ਕਿ ਉਹ ਮਰਮ ਜਿਹੜੀ ਹੈ ਨਾ, ਜੀ ਜੀ ਉਹ ਬਜ਼ਾਹਰ ਤੇ ਅਸੀਂ ਜੋੜਾਂ ਦੀਆਂ ਦਰਦਾਂ ਵਾਸਤੇ ਬਣਾਈ ਹੈ, ਠੀਕ ਹੈ, ਮਾਲਿਸ਼ ਵਾਸਤੇ। ਲੇਕਿਨ ਉਹ ਤੁਸੀਂ ਕਹਿ ਲਓ ਕਿ ਮਲਟੀ ਪਰਪਸ, ਉਹਨੂੰ ਉਹਦੇ ਕਈ ਮਕਸਦ ਨੇ, ਕਈ ਜਗ੍ਹਾ ਤੇ ਕੰਮ ਹੁੰਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਨਾਖੂਨ ਖਰਾਬ ਹੈ, ਉੱਥੇ ਲਾਓ ਤੇ ਉਹ ਠੀਕ ਹੋ ਜਾਏਗਾ। ਠੀਕ ਹੈ। ਫੋੜਾ ਫਿੰਸੀ ਤੇ ਲਾਓ ਉਹ ਠੀਕ ਹੋ ਜਾਏਗਾ। ਅਗਰ ਕੋਈ ਜਲ ਗਿਆ ਤਾਂ ਉੱਥੇ ਠੀਕ ਹੈ। ਜਲੇ ਤੇ ਚੰਬਲ ਧੱਦਰ ਤੇ ਇੰਜ ਗਾਇਬ ਕਰ ਦੀ, ਜਿਹਨੂੰ ਧੱਦਰ ਤੇ ਲਾਓ ਤੇ ਚੰਦ ਦਿਨਾਂ ਦੇ ਵਿੱਚ ਖਤਮ, ਵਾਹ ਖਤਮ। ਦਾਤ ਚੰਬਲ ਖਤਮ। ਠੀਕ ਹੈ। ਪੈਰਾਂ ਦੀਆਂ ਅੱਡੀਆਂ ਫਟੀਆਂ ਨੇ, ਉਹ ਖਤਮ, ਯਾਨੀ ਤਮਾਮ 1-2 ਦਿਨ 'ਚ ਖਤਮ। ਤਮਾਮ ਜਲਦੀ ਅਮਰਾਜ਼ ਜਿਹੜੇ ਨੇ ਉਹ ਮਤਲਬ ਉਹਦੇ ਨਾਲ ਖਤਮ। ਹਕੀਮ ਸਾਹਿਬ 'ਚ ਕਾਫੀ ਚੀਜ਼ਾਂ ਨੇ, ਮੈਂ ਕਾਫੀ ਤੇਲ ਆਪ ਬਣਾਏ ਨੇ। ਮੈਂ ਇੱਕ ਤੇਲ ਬਣਾਉਣਾ ਵਾ ਜੀ ਹਕੀਮ ਸਾਹਿਬ, ਉਹਦੇ 'ਚ ਜਾਇਫਲ, ਲੌਂਗ, ਮਗਾਂ ਤੇ ਦਾਰਚੀਨੀ, ਜੀ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ। ਇਹ ਵੀ ਤੇਲ ਮੈਂ ਘਰ ਬਣਾਉਣਾ। ਠੀਕ ਹੈ। ਬਾਜ਼ਾਰੀ ਤੇਲਾਂ ਦੀ ਤੇ ਅੱਜ ਕੱਲ੍ਹ ਗਰੰਟੀ ਕੋਈ ਨਹੀਂ ਜੀ ਹਕੀਮ ਸਾਹਿਬ। ਜਿਹੜੋ ਬਾਜ਼ਾਰੋਂ ਚੀਜ਼ ਲਾਓ, ਮਿਲਾਵਟ 2 ਨੰਬਰ, ਅਸਲ ਚੀਜ਼ ਮਿਲਦੀ ਨਹੀਂ, ਮਿਲੇ ਤਾਂ ਬਹੁਤ ਕੀਮਤੀ। ਬਹੁਤ ਕੀਮਤੀ ਹੈ, ਇੰਝ ਹੀ ਗੱਲ ਹੈ। ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਚੀਜ਼ ਬਣਾਈਏ ਅੱਛੀ ਬਣਾਈਏ। ਬਾਊ ਜੀ ਅੱਜ ਤੋਂ ਜਿਹੜਾ ਸਭ ਤੋਂ ਵੱਡਾ ਇਸ ਦੌਰ 'ਚ ਮਸਲਾ ਹੈ ਨਾ, ਉਹ ਚੀਜ਼ ਅਸਲ ਮਿਲਣ ਦਾ। ਜੀ ਪੈਸੇ ਜੇਬ 'ਚ ਪਾ ਕੇ ਜਾਓ, ਚੀਜ਼ ਅਸਲ ਨਹੀਂ ਮਿਲਦੀ। ਨਹੀਂ ਮਿਲਦੀ, ਇਹ ਸਭ ਤੋਂ ਵੱਡਾ ਮਸਲਾ ਹੈ। ਬਹੁਤ ਵੱਡਾ ਮਸਲਾ। ਫਿਰ ਉਹ ਅਸਲ ਲਿਆਉਣ ਲਈ ਸ਼ਨਾਖਤ ਹੋਣੀ ਬੜੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਚੀਜ਼ ਦੀ ਪਹਿਚਾਣ ਹੋਣਾ ਬਹੁਤ ਜ਼ਰੂਰੀ ਹੈ। ਪਹਿਚਾਣ ਹੋਏਗੀ ਤਾਂ ਅਸਲ ਲਏਗਾ, ਨਹੀਂ ਤੇ ਉਹਨੂੰ ਤਾਂ ਦੁਕਾਨਦਾਰ ਮੁਤਮਿਨ ਕਰ ਦਿੰਦਾ ਕਿ ਜਨਾਬ ਇਹ ਬਿਲਕੁਲ ਅਸਲ ਹੈ। ਹਾਂ, ਦੁਆ ਫਰੋਜ਼ ਜਿਹੜੇ ਨੇ ਇਹ ਵਾਧਾ ਘਾਟਾ ਕਰਨ ਨੂੰ ਨਹੀਂ ਮੁੜਦੇ ਜੀ। ਅਸੀਂ ਮਾਸ਼ਾਅੱਲਾ ਉਹਨਾਂ ਦਾ ਹੁਲੀਆ ਮੁਬਾਰਕ ਵੇਖ ਕੇ ਤਬਾਰ ਕਰ ਲੈਂਦੇ ਹਾਂ। ਠੀਕ ਹੈ। ਲੇਕਿਨ 2 ਨੰਬਰੀ ਬਹੁਤ ਜ਼ਿਆਦਾ, ਬੜੇ ਅਫਸੋਸ ਦੀ ਗੱਲ ਹੈ। ਇਹ ਜਿਹੜੀ ਸਿਫਤ ਮੁਸਲਮਾਨਾਂ 'ਚ ਹੋਣੀ ਚਾਹੀਦੀ ਹੈ, ਗੈਰ ਮੁਸਲਮਾਨ 'ਚ ਪਾਈ ਜਾਂਦੀ ਹੈ। ਇੰਝ ਹੀ ਗੱਲ ਹੈ। 2 ਨੰਬਰੀ ਬਹੁਤ ਜ਼ਿਆਦਾ, ਬੜਾ ਦੁੱਖ ਹੁੰਦਾ ਹੈ, ਬਹੁਤ ਜ਼ਿਆਦਾ। 2 ਨੰਬਰੀ ਬਹੁਤ ਜ਼ਿਆਦਾ। ਕੱਲ ਪਰਸੋਂ ਮੈਂ ਦੇਖਣਾ ਪਿਆ ਅਸੈਂਬਲੀ ਦੇ ਵਿੱਚ ਇੱਕ
ਹਿੰਦੂ ਨੇ ਤਕਰੀਰ ਕੀਤੀ ਤੇ ਉਹਨੇ ਇੰਨਾ ਕੁ ਸ਼ਰਮਿੰਦਾ ਕੀਤਾ ਮੁਸਲਮਾਨਾਂ ਨੂੰ। ਹਾਂਜੀ, ਉਹਨੇ ਇੱਕ ਹਵਾਲਾ ਦਿੱਤਾ ਹੈ ਕਿ ਉਹ ਹਦੀਸ ਸ਼ਰੀਫ ਦਾ ਹਵਾਲਾ ਦਿੱਤਾ ਹੈ ਕਿ ਤੁਸੀਂ ਬੁਰਾਈ ਵੇਖੋ ਤੇ ਉਹਨੂੰ ਹੱਥ ਨਾ ਰੋਕੋ, ਹੱਥ ਨਾਲ ਨਹੀਂ ਰੋਕ ਸਕਦੇ ਤੇ ਉਹਨੂੰ ਜ਼ਬਾਨ ਨਾ ਰੋਕੋ, ਜ਼ਬਾਨ ਨਾਲ ਨਹੀਂ ਰੋਕ ਸਕਦੇ ਤੇ ਉਹਨੂੰ ਦਿਲ 'ਚ ਬੁਰਾ ਜਾਣੋ, ਦਿਲ 'ਚ ਬੁਰਾ ਜਾਣੋ। ਉਹਨੇ ਕਿਹਾ ਬੜੇ ਅਫਸੋਸ ਦੀ ਗੱਲ ਹੈ, ਮੈਨੂੰ ਤੇ ਤੁਹਾਡੇ 'ਚ ਕੋਈ ਗੱਲ ਨਜ਼ਰ ਹੀ ਨਹੀਂ ਆਉਂਦੀ। ਦਿਲ 'ਚ ਬੁਰਾ ਵੀ ਨਹੀਂ ਜਾਣਦੇ ਤੁਸੀਂ। ਤੇ ਕਿੱਡੀ ਵੱਡੀ ਸ਼ਰਮਿੰਦਗੀ ਦੀ ਗੱਲ ਹੈ ਕਿ ਹਿੰਦੂ ਅਸੈਂਬਲੀ 'ਚ ਖਲੋ ਕੇ, ਸੈਨੇਟ 'ਚ ਖਲੋ ਕੇ ਤੇ ਐਡੀ ਗੱਲ ਕਰੇ, ਤੇ ਕਿੱਡੇ ਅਫਸੋਸ ਦੀ ਗੱਲ ਹੈ ਸਾਡੇ ਲਈ। ਇਹ ਬਹੁ ਹੋਰੀ ਜਿਹੜੇ ਨੇ ਨਾ ਸਾਡੇ, ਇਹ ਬੜੇ ਮੇਰੇ ਪਿਆਰ ਵਾਲੇ ਦੋਸਤ ਨੇ, ਮੇਰੇ ਬੜੇ ਪੁਰਾਣੇ ਦੋਸਤ ਨੇ ਜੀ, ਕੋਈ ਸ਼ੱਕ ਨਹੀਂ। ਤੇ ਇਹ ਨਾ ਇਹਨਾਂ ਦੇ ਜਿਹੜੇ ਉਸਤਾਦ ਸਨ ਨਾ, ਮੈਂ ਉਹਨਾਂ ਦਾ ਜ਼ਿਕਰ ਵੀ ਕਰ ਚੁੱਕਿਆ ਵਾਂ ਇੱਕ ਵੀਡੀਓ ਦੇ ਵਿੱਚ, ਹਕੀਮ ਹਾਜੀ ਅੱਲਾ ਦਿੱਤਾ ਸਾਹਿਬ ਛਾਂਗੇ ਵਾਲੇ ਜੀ, ਮਾਸ਼ਾਅੱਲਾ। ਇੱਕ ਮਿੰਟ ਜਰਾ ਬਹੁਤ, ਇੱਕ ਮਿੰਟ ਜੀ ਭਾਈ ਨਾਸਰ। जी अस्सलाम वालेकुम। वालेकुम सलाम। हाँ जी जनाब, किया अल्लाह का फजल है, शुक्र अल्लाह का। पढ़ बैठे हो जुमा? ਅੱਜ ਜੁਮਾ ਪੜਨ ਤੋਂ ਬਾਅਦ ਹੁਣ ਤੇ ਹੀ ਇੱਕ ਵੀਡੀਓ ਬਣਾਣੇ ਆ, ਤੇ ਤੁਹਾਡੀ ਵਿੱਚ ਕਾਲ ਆ ਗਈ ਏ ਤੇ ਅਮਰੀਕਾ ਦਿਨ ਨਹੀਂ ਚੜ ਗਿਆ ਇੱਥੇ ਦੇ ਜਨਾਬ ਸਵੇਰ ਦੇ 7 ਵਜ ਗਏ ਨੇ। 7 ਵਜ ਗਏ। ਚਲੋ ਫਿਰ ਮੈਂ ਨਾ ਇੱਕ ਵੀਡੀਓ ਬਣਾਣੇ ਆਵਾਂ, ਤੇ ਇੱਕ ਦੋਸਤ ਨੇ ਮੇਰੇ ਹਕੀਮ ਸਾਹਿਬ, ਮੈਂ ਉਹਨਾਂ ਕੋ ਆਇਆ ਵਾਂ, ਤੇ ਮੈਂ ਠਹਿਰ ਕੇ ਕਰਨਾ ਤੁਹਾਨੂੰ ਗੱਲ। ਠੀਕ ਹੈ। ਅੱਛਾ, ਉਹ ਨਾ ਹਕੀਮ ਹਾਜੀ ਅੱਲਾ ਦਿੱਤਾ, ਮੈਂ ਇੱਕ ਵੀਡੀਓ ਵਿੱਚ ਉਹਨਾਂ ਦਾ ਜ਼ਿਕਰ ਵੀ ਕੀਤਾ, ਮੈਂ ਖੁਦ ਉਹ ਵੇਖੇ ਹੋਏ ਨੇ, ਬੜੇ ਦਰਵੇਸ਼ ਤਬਾ ਉਹ ਹਕੀਮ ਸਨ। ਇਜਾਜ਼ਤ ਦੇ, ਮੈਂ ਤੁਹਾਨੂੰ ਤਸਵੀਰ ਦਿਖਾਵਾਂ ਉਹਨਾਂ ਦੀ। ਆਹੋ, ਇਜਾਜ਼ਤ ਹੈ। ਇਹ ਉਹਨਾਂ ਦੀ ਤੁਹਾਨੂੰ ਤਸਵੀਰ ਵਿਖਾਣਗੇ ਆ, ਤੇ ਮੈਂ ਨਾ ਇਸ ਵੀਡੀਓ ਦੇ ਵਿੱਚ ਤਸਵੀਰ ਜਿਹੜੀ ਹੈ ਉਹ ਸੈਂਡ ਵੀ ਕਰ ਦਿਆਂਗਾ। ਬੜੇ ਲਾਇਕ ਆਦਮੀ ਸਨ ਇਹ, ਉਹਨਾਂ ਦੇ ਸ਼ਾਗਿਰਦ ਖਾਸ ਨੇ, ਯਾਨੀ ਹਕੀਮ ਹਾਜੀ ਅੱਲਾ ਦਿੱਤਾ ਜਿਹੜੇ ਬੜੇ ਲਾਇਕ ਆਦਮੀ ਸਨ, ਮੈਂ ਖੁਦ ਵੇਖੇ ਹੋਏ ਨੇ। ਤੇ ਪੂਰੀ ਦੁਨੀਆ 'ਤੇ ਉਹਨਾਂ ਦਾ ਨਾਂ ਸੀ, ਬੜੇ ਲਾਇਕ ਆਦਮੀ ਸਨ, ਬੜੇ ਵੱਡੇ ਕੁਸ਼ਤਾ ਸਾਜ਼ ਸਨ, ਯਾਨੀ ਕੁਸ਼ਤੇ ਦੇ ਨਾਲ ਇਲਾਜ ਮਾਜਲ ਦੇ ਬੜੇ ਮਾਹਿਰ ਸਨ ਉਹ। ਤੇ ਕਿਉਂਕਿ ਮੇਰੇ ਆਪਣੇ ਬਚਪਨ 'ਚ ਉਹਨਾਂ ਨੂੰ ਦੇਖਿਆ, ਸਾਡੇ ਕਿਉਂਕਿ ਡਸਕੇ ਦੇ ਬਿਲਕੁਲ ਕੋਲ ਸਨ ਹਕੀਮ ਹਾਜੀ ਅੱਲਾ ਦਿੱਤਾ ਸਾਹਿਬ, ਤੇ ਮੈਂ ਉਹਨਾਂ ਦੀ ਤਸਵੀਰ ਜਿਹੜੀ ਹੈ ਨਾ ਇਨਸ਼ਾਅੱਲਾ ਲੱਭ ਕੇ ਦੇਣਾ। ਇੱਕ ਮੇਰੇ ਕੋਲ ਇੱਕ ਹੋਰ ਸੰਨਿਆਸੀ ਸਾਹਿਬ ਨੇ, ਉਹਨਾਂ ਦੀ ਤੁਹਾਨੂੰ ਤਸਵੀਰ ਦਿਖਾਉਣਾ। ਠੀਕ ਹੈ। ਪਹਿਲਾਂ ਉਸਤਾਦ ਹੋਰਾਂ ਦੀ, ਤੇ ਇਹ ਨਾ ਹਾਜੀ ਸਾਹਿਬ ਦੇ, ਹਾਜੀ ਅੱਲਾ ਦਿੱਤਾ ਸਾਹਿਬ ਜਿਹੜੇ ਨੇ ਉਹਨਾਂ ਦੇ ਬੜੇ ਲਾਡਲੇ ਸ਼ਾਗਿਰਦ ਨੇ, ਤੇ ਹਾਜੀ ਅੱਲਾ ਦਿੱਤਾ ਸਾਹਿਬ ਬੜੇ ਕੋਹਨਾ ਮਸ਼ਕ ਤਬੀਬ ਸਨ, ਕੁਸ਼ਤਾ ਸਾਜ਼ੀ ਨਾਲ ਇਲਾਜ ਮਾਜਾ ਦੇ ਬੜੇ ਮਾਹਿਰ ਸਨ, ਔਰ ਕਈ ਇੱਥੇ ਮਾਰ ਕੇ ਉਹਨਾਂ ਇਸ ਇਲਾਕੇ 'ਚ ਇਲਾਜ ਕੀਤੇ ਨੇ, ਅੱਜ ਤੱਕ ਲੋਕੀ ਉਹਨਾਂ ਨੂੰ ਉਹ ਇਲਾਜ ਦੀ ਵਜ੍ਹਾ ਤੋਂ ਜਾਣਦੇ ਨੇ। ਬੜੇ ਮਾਰ ਕੇ ਉਹਨਾਂ ਇਲਾਜ ਕੀਤੇ ਸਨ, ਤੇ ਬੜੇ ਸਾਦਾ ਤਬਾਬ ਦਰਵੇਸ਼, ਬਿਲਕੁਲ ਸਾਦਾ ਕੱਪੜੇ ਪਾਉਂਦੇ ਸਨ, ਔਰ ਮਾਂ ਮਸਜਿਦ ਸਨ, ਯਾਨੀ ਉਹ ਜਿਹੜੇ ਪਿੰਡ 'ਚ ਰਹਿੰਦੇ ਸਨ। ਥੋੜਾ ਜਿਹਾ ਢੰਗ ਦੀ ਉਹ ਲੱਭਦੀ ਨਹੀਂ। ਕੋਈ ਗੱਲ ਨਹੀਂ, ਤੁਸੀਂ ਮੇਰੇ WhatsApp 'ਤੇ ਅਪਲੋਡ ਕਰ ਦਿਆ, ਇੱਧਰ ਭੇਜ ਦਿਆ, ਮੈਂ ਫਿਰ ਵੀਡੀਓ 'ਤੇ ਚਲਾ ਦਿਆਂਗਾ ਨਾ ਤਸਵੀਰ ਉਹਨਾਂ ਦੀ। ਨਹੀਂ, ਵੀਡੀਓ ਚਲਾ ਦਿਆਂਗਾ ਮੈਂ ਬਾਅਦ 'ਚੋਂ, ਕੋਈ ਮਸਲਾ ਨਹੀਂ ਲੱਭਦੀ ਤੇ। ਅੱਛਾ, ਮੈਨੂੰ ਆਪਣਾ ਬਾਊ ਜੀ ਉਹਨਾਂ ਦੀ ਕੋਈ ਗੱਲ ਦੱਸੋ ਹਾਜੀ ਸਾਹਿਬ ਦੀ। ਹਾਜੀ ਸਾਹਿਬ ਦਾ ਜਿਹੜਾ ਕੋਈ ਇਲਾਜ ਦਾ ਜਿਹੜਾ ਵਾਕਿਆ ਹੈ ਨਾ, ਜੀ ਜੀ, ਕੋਈ ਉਹਨਾਂ ਦਾ ਖਾਸ ਨੁਸਖਾ ਜਿਹੜਾ ਨਾਜ਼ਰੀਨ ਨੂੰ ਦੱਸੋ, ਕਿਉਂਕਿ ਤੁਸੀਂ ਤਾਂ ਉਹਨਾਂ ਦੇ ਕੋਲ ਕਾਫੀ ਬੈਠੇ ਹੋ, ਹਾਜੀ ਅੱਲਾ ਦਿੱਤਾ ਸਾਹਿਬ ਦੇ ਕੋਲ। ਭਾਈ ਸਾਹਿਬ ਇੱਕ ਦਰਵੇਸ਼ ਆਦਮੀ ਹਨ ਜੀ, ਮਾਸ਼ਾਅੱਲਾ। ਹਾਂ ਹਾਂ, ਉਹਨਾਂ ਦੀਆਂ ਦੁਆਵਾਂ 'ਚ ਵੀ ਬੜਾ ਅਸਰ ਸੀ। ਠੀਕ ਹੈ। ਤੇ ਲਾਜ ਮਰੀਜ਼ ਬੜੀ ਦੂਰੋਂ ਉਹਨਾਂ ਦੇ ਕੋਲ ਆਉਂਦੇ ਰਹੇ ਨੇ ਜਨਾਬ। ਠੀਕ ਹੈ। ਅੱਲਾਹ ਪਾਕ ਸ਼ਫਾ ਦਿੰਦਾ ਸੀ। ਠੀਕ ਹੈ। ਥੋੜਾ ਮੌਕਾ ਦਿਓ ਤੁਸੀਂ। ਨਹੀਂ, ਤੁਸੀਂ ਮੈਨੂੰ ਇੱਧਰ ਕਰ ਦਿਆ ਜੇ ਨਾ, ਮੈਂ ਫਿਰ ਵੀਡੀਓ ਦੇ ਵਿੱਚ ਲਾ ਦਿਆਂਗਾ ਤਸਵੀਰ। ਤੁਸੀਂ ਇਹਨੂੰ ਐਡਿਟ ਕਰੋਗੇ ਬਾਅਦ 'ਚ? ਆਹੋ, ਵਿੱਚ ਐਡ ਹੋ ਜਾਏਗੀ, ਉਹ ਐਡੀਟਿੰਗ ਹੋ ਜਾਏਗੀ ਨਾ ਵਿੱਚ। ਇੱਕ ਮਿੰਟ ਜ਼ਰਾ ਮੈਨੂੰ ਨਾ, ਮੈਂ ਹੱਥ ਦੇਣਾ ਬਹੁਤ ਜ਼ਿਆਦਾ, ਤੁਹਾਨੂੰ ਮੈਂ ਇੱਕ ਦੋ ਚੀਜ਼ਾਂ ਦਿੰਦਾ ਹਾਂ। ਮੈਂ ਖਿਲਾਰਾ ਬੜਾ ਪਾਇਆ ਇਹ ਇੱਥੇ ਸੀਨੇ ਚੱਕ ਵਾਲੇ ਨੇ। ਹਾਂ ਹਾਂ, ਅਕਮਲ ਸਾਹਿਬ, ਇਹ ਅਕਮਲ ਸਾਹਿਬ ਨੇ। ਇਹ ਬਾਮ ਸ਼ਾਮ ਦੀਆਂ ਡੱਬੀਆਂ ਵੇਖੋ ਨਾ। ਠੀਕ ਹੈ। ਮੈਂ ਹੀ ਬਣਾਈਆਂ ਨੇ। ਠੀਕ ਹੈ। ਚਿੱਟੀਆਂ ਨੇ ਕਿਤੇ ਹਰੀਆਂ, ਮੇਰੇ ਕੋਲ ਕਾਫੀ ਨੇ ਮੂਵੀਆਂ, ਤੁਹਾਨੂੰ ਮੈਂ ਇਨਸ਼ਾਅੱਲਾ ਤਾਲਾ। ਇੱਕ ਮੇਰੇ ਉਸਤਾਦ ਨੇ ਹਕੀਮ ਬਾਬਾ ਬੂਟੀ ਸਾਈਂ, ਮੈਂ ਨੇ ਤੁਹਾਨੂੰ ਫੋਟੋ ਸੈਂਡ ਕਰਾਂਗਾ ਕਿਸੇ। ਆ ਠੀਕ ਹੈ। ਇਹ ਵੇਖੇ, ਇਹਨਾਂ ਦੀ ਪਹਿਲੇ ਵੇਖ, ਮੈਂ ਵੇਖੀ ਤਸਵੀਰ। ਕਿਹਦਾ ਕਿਸੇ ਤੁਸੀਂ ਭਾਈ ਸ਼ਾਇਦ ਇਹਨਾਂ ਦੀ ਉਮਰ 135 ਸਾਲ, ਇਹ ਪਤਾ ਕਿ ਨਹੀਂ? ਦੱਸਿਆ ਸੀ ਤੁਹਾਨੂੰ, ਜਾਣਦੇ ਹੋਏ ਤੁਹਾਨੂੰ ਦੱਸਿਆ। ਦੱਸਿਆ ਸੀ ਤੁਹਾਨੂੰ। ਇਹਨਾਂ ਦੀਆਂ ਫੋਟੋਆਂ ਵੇਖੋ ਮੈਂ ਬਣਾਈਆਂ ਨੇ। ਠੀਕ ਹੈ। ਇਹ ਉਹ ਜਿਹੜੇ ਬੰਦੇ ਦੀ ਗੱਲ ਨਹੀਂ ਸੁਣਾਈ ਤੁਹਾਨੂੰ ਟੈਲੀਫੋਨ ਵਾਲੇ ਦੀ। ਹਾਂ ਹਾਂ, ਇਹੋ ਜਿਹੇ। ਠੀਕ ਹੈ। ਇਹਦਾ ਮੈਂ ਇਲਾਜ ਕੀਤਾ ਹਜੇ ਬੇਔਲਾਦੀ ਦਾ, ਮਾਸ਼ਾਅੱਲਾ 6 ਬੱਚੇ ਜਿਹਦੇ ਹੁਣ। ਇਹ ਸਲੀਮ ਹੈ, ਮੰਡੀ ਦਾ ਸੀਮਾ ਬੱਕਰੀ। ਹਾਂ, ਇਹਦਾ ਇਲਾਜ ਮੈਂ ਕੀਤਾ ਹਜੇ। ਠੀਕ ਹੈ, ਸਲੀਮ ਦਾ। ਇਹ ਕਿਤੇ ਟੱਕਰੇ ਦੇ ਨੂੰ ਪੁੱਛਿਆ ਜੇ।
ਹੁਣ ਮਾਸ਼ਾਅੱਲਾ ਅੱਲਾਹ ਪਾਕ ਨੇ ਰੌਣਕਾਂ ਲਾਈਆਂ ਨੇ। ਵੇਖੋ ਤੁਸੀਂ ਕਿਸੀ ਇਹ ਕਿਹੜੀ ਗੋਲੀ ਬਣਾਈ ਜੀ? ਨਹੀਂ ਇਹ ਮੇਰੀ ਨਹੀਂ ਹੈਗੀ, ਅੱਛਾ ਅੱਛਾ, ਇਹ ਨਹੀਂ ਮੇਰੀ। ਠੀਕ ਹੈ। ਲਓ ਜੀ ਤੁਹਾਨੂੰ ਹਕੀਮ ਸਾਹਿਬ ਪਾਰਾ ਸਾਫ਼ ਕਰਨ ਦਾ ਇੱਕ ਤਰੀਕਾ ਦੱਸਦੇ ਹਾਂ। ਹਾਂ ਬਿਲਕੁਲ ਜ਼ਰੂਰ ਦੱਸੋ ਬਾਊ। ਬੜਾ ਹੀ ਆਸਾਨ ਹੈ। ਜੇ ਮੈਂ ਕੀਤਾ ਹੈ ਮੈਂ ਤੁਹਾਨੂੰ ਇਹ ਵੀਡੀਓ ਸੈਂਡ ਕਰਾਂਗਾ। ਠੀਕ ਹੈ। ਪਾਰਾ ਲੈ ਕੇ ਵੇਖੋ ਇੱਕ ਬਰਤਨ 'ਚ ਪਾ ਲਿਆ। ਹਾਂ ਪਾਣੀ ਹੈ ਜੀ ਇੱਥੇ? ਉਹ ਪਾਣੀ ਤੇ ਦੇ ਥੋੜ੍ਹਾ ਜਿਹਾ ਗਲਾਸ ਵਿੱਚ, ਉਹ ਪਿਆ ਜੀ। ਅੱਛਾ 1 ਤੋਲਾ ਪਾਰਾ ਤੇ ਤਕਰੀਬਨ ਕੋਈ 100 ਕੁ ਗ੍ਰਾਮ ਜਿਹੜਾ ਨਾ ਹਾਂ 100 ਨੂੰ ਮਿਲੀਲੀਟਰ ਕਹਿ ਲਓ ਪੈਟਰੋਲ ਪਾਉਣਾ। ਠੀਕ ਹੋ ਗਿਆ। ਆਮ ਪੈਟਰੋਲ ਜਾਂ ਗੱਡੀਆਂ ਹੀ ਪੈਂਦਾ। ਇਹਨੂੰ ਬਰਤਨ 'ਚ ਪਾ ਕੇ ਤੇ ਅੱਗ ਦੇ ਦੇਣੀ ਆ। ਵੇਖੋ ਠੀਕ ਹੈ। ਇਸ ਤਰ੍ਹਾਂ ਅੱਗ ਲੱਗੇਗੀ। ਠੀਕ ਮੈਂ ਹੈ। ਤੁਹਾਨੂੰ ਵੀਡੀਓ ਸਾਰੇ ਪੈਟਰੋਲ 'ਚ ਆ ਗਈ ਹੋਣੀ ਹੈ। ਪੈਟਰੋਲ ਸੜ ਜਾਣਾ ਤੇ ਪਾਰਾ ਸਾਫ਼ ਹੋ ਇਹ ਜਾਣਾ। ਮੰਡੀ ਦੀ ਤਸਵੀਰ ਹੈ? ਹਾਂਜੀ ਪੈਟਰੋਲ ਸੜ ਜਾਣਾ, ਪਾਰਾ ਸਾਫ਼ ਹੋ ਜਾਣਾ, ਜ਼ਿਆਦਾ ਖੇਚਲ ਕਰਨ ਦੀ ਲੋੜ ਹੀ ਨਹੀਂ। ਠੀਕ ਹੈ। ਤੁਸੀਂ ਹੈਰਾਨ ਹੋਵੋਗੇ ਕਿ ਕੋਈ ਕਸਾਫਤ ਨਹੀਂ ਰਹਿਣੀ ਇਹਦੇ 'ਚ, ਬਿਲਕੁਲ ਸਾਫ਼ ਹੋ ਜਾਣਾ। ਮੈਂ ਤੁਹਾਨੂੰ ਦਿਆਂਗਾ ਤਸਵੀਰ। ਠੀਕ ਹੈ। ਅੱਛਾ 1 ਤੋਲਾ ਬਾਊ ਜੀ ਪਾਰਾ, ਇੱਕ 100 ਗ੍ਰਾਮ ਪੈਟਰੋਲ। 100 ਠੀਕ ਹੈ। ਬਰਤਨ 'ਚ ਕੜਾਹੀ 'ਚ ਪਾ ਕੇ ਉੱਤੇ ਪੈਟਰੋਲ ਸੁੱਟ ਕੇ ਅੱਗ ਲਾ ਦੇਣੀ। ਦੂਰ ਖਲੋ ਕੇ ਅੱਗ ਲਾਣੀ ਕਿਉਂਕਿ ਉਹ ਜ਼ਾਹਰੀ ਬਾਤ ਹੈ, ਉਹ ਤਾਂ ਜ਼ਰੂਰ। ਠੀਕ ਹੈ। ਉਦੋਂ ਬਾਅਦ ਕੀ ਕਰਨਾ ਫਿਰ? ਪਾਸੇ ਸਾਫ਼ ਹੋ ਗਿਆ, ਤੁਸੀਂ ਆਪਣੀ ਤਸੱਲੀ ਕਰ ਲਓ। ਜਿਹੜਾ ਮਰਜ਼ੀ ਤੁਸੀਂ ਕਰਕੇ ਚ ਨਮਕ ਪਾ ਕੇ ਰਗੜ ਕੇ ਵੇਖ ਲਓ, ਕੋਈ ਗਲਕ ਨਹੀਂ ਆਏਗੀ। ਨਹੀਂ ਲਏਗਾ ਉਸ ਤਰ੍ਹਾਂ ਮਹਿਲੂਲ ਹੀ, ਉਹੀ ਅਸਲ ਚੱਕਰ ਹੈ ਕਿ ਸਫਾਈ ਹੋ ਜਾਏਗੀ। ਸਫਾਈ ਹੋ ਜਾਏਗੀ। ਜਿਹੜਾ ਕਰਦੇ ਨਾ ਇੱਟਾਂ ਪਿੱਲੀ ਇੱਟ 'ਚ ਸਾਫ਼ ਕਰੋ ਜਾਂ ਨਮਕ 'ਚ ਰਗੜਦੇ ਨੇ, ਉਹ ਨਹੀਂ ਜ਼ਰੂਰਤ ਉਹਨਾਂ ਕਰਨ ਦੀ। ਠੀਕ ਹੈ। ਉਹ ਪਰੇਸ਼ਾਨੀ ਤੋਂ ਬਚ ਜਾਓਗੇ ਤੁਸੀਂ। ਠੀਕ ਹੈ। ਭਾਈ ਸਾਹਿਬ ਦੀ ਫੋਟੋ ਵੇਖੋ ਕੈਸੀ ਜਗ੍ਹਾ ਵੀ ਹਾਜੀ ਹੈ ਵੀ ਇਹ ਤਾਂ ਪੱਕਾ ਮੈਨੂੰ। ਚਲੋ ਨਹੀਂ ਫੋਟੋ ਤੁਸੀਂ ਮੈਨੂੰ ਸੈਂਡ ਕਰ ਦਿਆ ਜੇ ਨਾ, ਮੈਂ ਫਿਰ ਵੀਡੀਓ ਵਿੱਚ ਐਡੀਟਿੰਗ ਕਰ ਦਿਆਂਗਾ, ਉਹ ਤੇ ਕੋਈ ਮਸਲਾ ਨਹੀਂ ਹੈ। ਹਾਜੀ ਸਾਹਿਬ ਜਿਹੜੇ ਹਨ ਨਾ ਜਿਨ੍ਹਾਂ ਦਾ ਜ਼ਿਕਰ ਕਰਦੇ ਨੇ ਪਏ, ਹਾਜੀ ਹਕੀਮ ਹਾਜੀ ਅੱਲਾ ਦਿੱਤਾ ਸਾਹਿਬ ਆ ਗਈ ਆ ਬਿਲਕੁਲ ਠੀਕ ਹੈ। ਇਹ ਉਹਨਾਂ ਦੀ ਤਸਵੀਰ ਹੈ ਜੀ, ਹਕੀਮ ਅਲਹਾਜ ਹਕੀਮ ਅੱਲਾ ਦਿੱਤਾ ਸਾਹਿਬ ਆ ਮਰਹੂਮ ਛਾਂਗਾ। ਇਹ ਥੱਲੇ ਡੇਟ ਲਿਖੀ ਹਾਂ ਹੋਇਆ ਨਾ। ਲਿਖੀ 1991 ਦੇ ਵਿੱਚ 1/7/1991। ਤੇ ਇਹਨਾਂ ਨੂੰ ਮੈਂ ਵੇਖਿਆ ਹੋਇਆ ਬੜੇ ਉਹਨਾਂ ਮਸ਼ਕ ਜਿਹੜੇ ਤਬੀਬ ਸਨ ਔਰ ਕੁਸ਼ਤਾ ਸਾਜ਼ੀ ਨਾਲ ਦੇ ਬੜੇ ਮਾਹਿਰ ਸਨ, ਕਿਉਂਕਿ ਇਹਨਾਂ ਖੁਦ ਦੱਸਦੇ ਹਨ ਕਿ ਕਿਉਂਕਿ ਪਿੱਛੋਂ ਇੰਡੀਆ ਦੇ ਮਹਾਜਰ ਸਨ, ਇੱਥੇ ਹਿਜਰਤ ਕਰਕੇ ਆਏ ਸਨ। ਤੇ ਇਹਨਾਂ ਖੁਦ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਮੈਂ, ਕਿਉਂਕਿ ਮੇਰੀ ਉਮਰ ਛੋਟੀ ਸੀ ਤੇ ਵਾਲਦ ਸਾਹਿਬ ਦੇ ਨਾਲ ਇਹਨਾਂ ਦੇ ਤਲਕਾਤ ਹੈ ਸਨ, ਤੇ ਉਹਨਾਂ ਖੁਦ ਦੱਸਿਆ ਕਿ ਮੈਂ ਕਾਫੀ ਦੇਰ ਜਿਹੜੀ ਹੈ ਸੰਨਿਆਸੀਆਂ ਦੀ ਸੋਹਬਤ ਦੇ ਵਿੱਚ ਰਿਹਾ, ਯਾਨੀ ਇਲਮੇ ਸੰਨਿਆਸ ਤੋਂ ਬੜੇ ਵਾਕਫ ਸਨ। ਤੇ ਬਾਊ ਹੋਰੀ ਜਿਹੜੇ ਨੇ ਹਕੀਮ ਸਾਹਿਬ ਕਮਰੁਦੀਨ ਸਾਹਿਬ ਜਿਹੜੇ ਨੇ, ਇਹ ਉਹਨਾਂ ਦੇ ਬੜੇ ਲਾਡਲੇ ਸ਼ਾਗਿਰਦ ਸਨ ਹਾਜੀ ਸਾਹਿਬ ਦੇ। ਤੇ ਹਾਜੀ ਸਾਹਿਬ ਇਸ ਡਸਕੇ ਦੇ ਵਿੱਚ ਇੱਕ ਨਾਮਵਰ ਸ਼ਖਸੀਅਤ ਸਨ, ਯਾਨੀ ਸਾਡੇ ਇਲਾਕੇ ਦੇ ਵਿੱਚ ਇੱਕ ਨਾਮਵਰ ਉਹ ਸ਼ਖਸੀਅਤ ਸਨ, ਔਰ ਉਹਨਾਂ ਦੇ ਮਾਰਕੇ ਦੇ ਜਿਹੜੇ ਉਹਨਾਂ ਇਲਾਜ ਕੀਤੇ ਨੇ ਕਈ ਅੱਜ ਵੀ ਲੋਕਾਂ ਨੂੰ ਯਾਦ ਨੇ, ਤੇ ਉਸ ਨਾਂ ਤੋਂ ਅੱਜ ਵੀ ਲੋਕੀ ਉਹਨਾਂ ਨੂੰ ਯਾਦ ਕਰਦੇ ਨੇ। ਮੈਂ ਤਸਵੀਰ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਮੈਂ ਭੇਜਾਂਗਾ, ਤੁਸੀਂ ਵੇਖ ਸਕੋਗੇ ਕਿ ਉਹਨਾਂ ਦੀ ਤਸਵੀਰ ਕੀ ਹੈ। ਅੱਛਾ ਹਾਜੀ ਸਾਹਿਬ ਬਾਊ ਜੀ ਉਹਨਾਂ ਦਾ ਕੋਈ ਖਾਸ ਕੋਈ ਸਦਰੀ ਨੁਸਖਾ ਜਿਹੜਾ ਤੁਸੀਂ ਕੋਈ ਸਾਡੇ ਨਾਜ਼ਰੀਨ ਨੂੰ ਦੱਸ ਸਕੋ? ਨੁਸਖਾ ਕਿਸ ਮਰਦ ਵਾਸਤੇ? ਕਿਸੇ ਵਾਸਤੇ ਵੀ ਉਹਨਾਂ ਦਾ ਖਾਸ ਕੋਈ ਸਦਰੀ ਨੁਸਖਾ ਹੋਵੇ ਜਿਹੜਾ ਕਿ ਹਾਜੀ ਸਾਹਿਬ ਨੇ ਅਜ਼ਮੁਦਾ ਹੋਵੇ, ਜਾਂ ਜਿਹਨੂੰ ਤੁਸੀਂ ਜਾਣਦੇ ਹੋ ਕਿ ਬੜਾ ਨੁਸਖਾ ਤਿਆਰ ਕਰਦੇ ਹਨ ਕਿਸੇ ਅਮਰਾਜ਼ ਵਾਸਤੇ। ਮੇਰੇ ਕੋਲ ਤੇ ਪੂਰਾ ਖਜ਼ਾਨਾ ਹੈ ਉਹਨਾਂ ਦੇ ਨੁਸਖਿਆਂ ਨਹੀਂ ਦਾ। ਨਹੀਂ ਇੱਕ ਤਹਰੀਰੀ ਸਿਰਫ ਜਿਹੜੇ ਇੱਕ ਨਹੀਂ ਇੱਕ ਜ਼ੁਬਾਨੀ ਜਿਹੜਾ ਤੁਹਾਨੂੰ ਯਾਦ ਹੋਵੇ। ਨੁਸਖੇ ਉਹਨਾਂ ਮੈਨੂੰ ਲਿਖਾਏ ਨੇ। ਨਹੀਂ ਜ਼ੁਬਾਨੀ ਜਿਹੜਾ ਯਾਦ ਹੋਵੇ ਤੁਹਾਨੂੰ। ਜ਼ਬਾਨੀ ਹੁੰਦਾ ਅਸਲ ਕੀ ਮੈਂ ਤੁਹਾਨੂੰ ਕਿਹੜਾ ਨੁਸਖਾ ਨਾਲ ਲਿਖਾਇਆ। ਉਹਨਾਂ ਦਾ ਖਾਸ ਇੱਕ ਕੁਸ਼ਤਾ ਚਾਂਦੀ ਬਣਾਉਣ ਦਾ ਤਰੀਕਾ ਜਿਹੜਾ ਸੀ, ਉਹ ਤੇ ਉਹਨਾਂ ਗੁਲਾਬ ਦੇ ਰੰਗ 'ਚ ਰਗੜਾਈ ਕੀਤੀ, ਥੋੜੇ ਜਿਹੀ ਫਟਕੜੀ ਪਾ ਕੇ। ਠੀਕ ਹੈ। ਉਹ ਤੇ ਸਲਾਈ ਹੈ ਨਾ, ਆਹ ਉਹ ਕੁਸ਼ਤਾ ਨਹੀਂ ਕੰਮ ਕਰਦਾ। ਉਹ ਦਵਾਈਆਂ ਜਦੋਂ ਪੈਂਦਾ ਨਾ, ਉਹ ਮੁਕੰਮਲ ਨੁਕਸਾਨ ਕੋਈ ਨਹੀਂ ਦਿੰਦਾ, ਮੁਕੰਮਲ ਹੋ ਜਾਂਦਾ ਉਹਦੇ 'ਚ। ਠੀਕ ਹੈ। ਬਾਕੀ ਉਹਨਾਂ ਦਾ ਕੁਸ਼ਤਾ ਜਿਹੜਾ ਸੀ ਉਹ ਕਰਦੇ ਰਹੇ ਆ, ਸਿੰਖੀਆ ਸਿਮਲਫਾਰ ਜਿਹੜਾ ਸਿਮਲਫਾਰ ਜਿਹੜਾ, ਹਾਂਜੀ ਉਹਦੇ ਮੁਤਲਕ ਦੱਸੋ, ਕਿਉਂਕਿ ਸਿਮਲਫਾਰ ਇਸ ਵਕਤ ਜਿਹੜਾ ਨਾ ਬਾਊ ਜੀ ਉਹ ਜਿਹੜਾ ਕਾਨੀ ਉਹ ਤੇ ਮਿਲਦਾ ਹੀ ਨਹੀਂ ਹਕੀਮ ਸਾਹਿਬ। ਚਲੋ ਉਹ ਤੇ ਬਾਅਦ ਦੀ ਗੱਲ ਹੈ ਨਾ, ਆਰਟੀਫੀਸ਼ਲ ਆਉਂਦਾ ਨਾ। ਨਹੀਂ ਜਿਹੜਾ ਕਾਨੀ ਦੀ ਦੋ ਤਾਕਤ ਉਹ ਦੂਜਿਆਂ 'ਚ ਨਹੀਂ ਹੈ। ਚਲੋ ਉਹ ਤੇ ਮਸਲਾ ਕਿ ਮਿਲ ਵੀ ਜਾਂਦਾ, ਥੋੜਾ ਕੋਸ਼ਿਸ਼ ਕੀਤਾ ਮਿਲ ਵੀ ਜਾਂਦਾ। ਹਾਂ ਜਾਲ ਸਾਜੀ ਦੀ ਇੰਤਹਾ ਹੈ। ਉਹ ਤੇ ਅਸਲ ਚੀਜ਼ ਤੇ ਮਿਲਣਾ। ਆਰਟੀਫੀਸ਼ਲ ਦੇ ਵਿੱਚ ਥੋੜਾ ਜਿਹਾ ਪੱਥਰ ਮਿਕਸ ਕਰਦੇ ਨੇ, ਥੋੜੀ ਜਿਹੀ ਬਜਰੀ ਮਿਕਸ ਕਰਦੇ ਨੇ, ਤੇ ਗਾਹਕ ਸਮਝਦਾ ਕਾਨਾਂ 'ਚ ਆਇਆ ਨਾਲ ਪੱਥਰ ਲੱਗਾ ਹੋਇਆ, ਹਾਂ ਹਾਲਾਂਕਿ ਉਹ ਵੀ ਨਕਲੀ ਹੁੰਦਾ। ਆ ਹੁੰਦਾ ਤੇ ਜਲੀ ਹੈ, ਹੁੰਦਾ ਜਾਲੀ ਹੈ, ਲੇਕਿਨ ਬੰਦਾ ਸਮਝਦਾ ਕਿ ਇਹਦੇ ਨਾਲ ਪੱਥਰ ਲੱਗਾ ਹੈ ਤੇ ਸ਼ਾਇਦ ਇਹ ਪਹਾੜ 'ਚੋਂ ਹੀ ਆਇਆ। ਖੁਦ ਸਕਦਾ ਹੈ ਨਾ, ਮਾਦਨੀਅਤ ਨਹੀਂ ਹੁੰਦੀ। ਨਹੀਂ ਤੇ ਮੈਨੂੰ ਇਹ ਦੱਸੋ ਕਿ ਚਲੋ ਤੇ ਕਾਨੀ ਦਾ ਤੇ ਸਵਾਲ ਬਾਅਦ ਚ ਆਏਗਾ, ਮੈਨੂੰ ਇਹ ਦੱਸੋ ਕਿ ਅਸਲ ਉਹਨੂੰ ਕੁਸ਼ਤਾ ਕਰਨ ਦੀ ਤਰਕੀਬ ਕੀ ਹੈ ਖਾਸ ਜਿਹੜੀ ਹੈ? ਉਹਦੇ ਵੇਖੋ ਜੀ ਕਈ ਤਰੀਕੇ ਨੇ, ਲੇਕਿਨ ਜਿਹੜਾ ਸਭ ਤੋਂ ਆਸਾਨ ਹੈ ਨਾ, ਹਾਂ ਉਹ 1 ਤੋਲਾ ਸਿਮਲਫਾਰ ਹੋਵੇ ਨਾ ਜੀ, ਠੀਕ ਹੈ। ਤੇ ਅੱਧ ਪਾ ਫਟਕੜੀ ਪੀਸ ਲਓ, ਅੱਧੀ ਥੱਲੇ ਤੇ ਅੱਧੀ ਉੱਤੇ ਰੱਖ ਕੇ ਉਹਨੂੰ ਅੱਗ ਦੇ ਦਿਓ, 20 ਕਿਲੋ ਗੋਇਆਂ ਦੀ 20 ਕਿਲੋ ਗੋਹੇ ਦੀ, ਬਿਹਤਰੀਨ ਤਿਆਰ ਹੋ ਜਾਂਦਾ। ਠੀਕ ਹੈ। ਯਾਨੀ ਉਹ ਜਦੋਂ ਉਸ ਤੋਂ ਬਾਅਦ ਉਹਦੀ ਅੱਛੀ ਤਰ੍ਹਾਂ ਰਗੜਾਈ ਕਰ ਲਓ। ਨਹੀਂ ਖੱਲ ਕਰ ਵਿਦ ਲਓ, ਫਟਕੜੀ ਰਗੜਾਈ ਕਰ ਲਓ। ਫਟਕੜੀ ਸਮੇਤ। ਅਗਰ ਅਸਲ ਕਾਨੀ ਹੈ ਤਾਂ ਢੇਲੀ ਲਹਿਦਾ ਨਿਕਲ ਆਏਗੀ।
ਠੀਕ ਹੈ ਅਗਰ ਨਕਲੀ ਹੈ ਤਾਂ ਉਹ ਵਿੱਚ ਮਿਕਸ ਹੋ ਜਾਏਗਾ। ਵਿੱਚ ਮਿਕਸ ਅੱਛਾ ਅੱਛਾ ਫਿਰ ਉਹਦੀ ਤੁਹਾਨੂੰ ਸਾਰਾ ਇਸਤੇਮਾਲ ਕਰਨਾ ਪਏਗਾ। ਠੀਕ ਹੈ ਅਗਰ ਅਸਲੀ ਢੇਲੀ ਨਿਕਲਦੀ ਹੈ ਤਾਂ ਫਿਰ ਉਹ ਤੁਸੀਂ ਕੱਲਾ ਇਸਤੇਮਾਲ ਕਰੋ, ਫਟਕੜੀ ਲਹਿਰਾ ਇਸਤੇਮਾਲ ਕਰੋ। ਲੇਕਿਨ ਉਹਦੀ ਖੁਰਾਕ ਅੱਧਾ ਚਾਵਲ ਜਾਂ ਜ਼ਿਆਦਾ ਤੋਂ ਜ਼ਿਆਦਾ ਇੱਕ ਚਾਵਲ ਔਰ ਦੁੱਧ ਘਿਓ ਨਾਲ ਬਹੁਤ ਚਾਹੀਦਾ ਹੋਵੇ। ਹਾਜੀ ਸਾਹਿਬ ਬਹੁਤ ਜ਼ਿਆਦਾ ਤਿਆਰ ਕਰਦੇ ਹਨ ਬਹੁਤ ਜ਼ਿਆਦਾ ਤਿਆਰ ਕਰਦੇ ਲੇਕਿਨ ਉਦੋਂ ਕਾਨੀ ਮਿਲਦਾ ਸੀ, ਹੂੰ ਉਹ ਹੱਲ ਨਹੀਂ ਹੁੰਦਾ ਫਟਕੜੀ 'ਚ, ਉਹ ਇਹਦਾ ਮਿਲਦਾ। ਇਹ ਵੇਖੋ ਨਾ, ਇਹ ਸਾਦਾ ਜਿਹਾ ਨੁਸਖਾ, ਇਸ ਨੁਸਖੇ ਦੀ ਪਹਿਲਾਂ ਵੀ ਮੈਂ ਆਪਣੇ ਇੱਕ ਦੋ ਦਫਾ ਆਪਣੀ ਵੀਡੀਓ 'ਚ ਜ਼ਿਕਰ ਕਰ ਚੁੱਕਿਆ ਕੁਛ ਤਾਂ ਸਿਮਲ ਫਾਰ ਦਾ। ਲੇਕਿਨ ਇਹ ਯਕੀਨ ਵਾਲੀ ਗੱਲ ਹੈ ਕਿ ਹਾਜੀ ਸਾਹਿਬ ਜਿਹੜੇ ਜਿਨ੍ਹਾਂ ਦਾ ਅਸੀਂ ਨਾਂ ਲੈ ਰਿਹਾ ਜੀ ਹਕੀਮ ਹਾਜੀ ਅੱਲਾ ਦਿੱਤਾ ਸਾਹਿਬ ਜਿਹੜੇ ਹਨ, ਇਸ ਕੁਸ਼ਤੇ ਨੂੰ ਕਸਰਤ ਨਾਲ ਤਿਆਰ ਕਰਦੇ ਹਨ। ਯਾਨੀ ਸਿਮਲ ਫਾਰ ਅਤੇ ਫਟਕੜੀ ਦਾ ਜਿਹੜਾ ਮੁਰੱਕਬ ਹੈ ਕਸਰਤ ਨਾਲ ਤਿਆਰ ਕਰਦੇ ਹਨ ਔਰ ਅਮਰਾਜ਼ੇ ਜਿਲਦੀਆਂ ਦੇ ਉੱਤੇ ਕਸਰਤ ਨਾਲ ਮਰੀਜ਼ਾਂ ਨੂੰ ਦਿੰਦੇ ਹੁੰਦੇ ਹਨ। ਔਰ ਕਈ ਐਸੇ ਮਰੀਜ਼ ਜਿਹੜੇ ਨੇ ਅੱਜ ਵੀ ਮਤਲਬ ਕਿ ਜਿਉਂਦੇ ਨੇ, ਉਹ ਹਯਾਤ ਨੇ, ਅਤੇ ਉਹਨਾਂ ਦਾ ਜ਼ਿਕਰ ਕਰਦੇ ਨੇ। ਮੈਨੂੰ ਇਹ ਥੋੜ੍ਹੇ ਦਿਨ ਪਹਿਲਾਂ ਇੱਕ ਬੰਦਾ ਮਿਲਿਆ ਕਿ ਜਿਹੜਾ ਉਹ ਬਜਰੀ ਦੀ ਤਜਾਰਤ ਕਰਦਾ, ਯਾਨੀ ਇਮਾਰਤੀ ਮਟੀਰੀਅਲ ਦੀ ਤਜਾਰਤ ਕਰਦਾ ਹੈ। ਉਹ ਮੈਨੂੰ ਖੁਦ ਗੱਲ ਸੁਣਾਉਣ ਲੱਗਾ ਕਿ ਮੇਰਾ ਸਾਰਾ ਜਿਸਮ ਜਿਹੜਾ ਹੈ ਨਾ ਉਹ ਪੀਪ ਜਾਰੀ ਹੁੰਦੀ ਸੀ ਉਹਦੇ ਤੋਂ, ਯਾਨੀ ਇਸ ਕਦਰ ਦੀ ਜਿਲਦੀ ਅਮਰਾਜ਼ ਜਿਹੜੇ ਨੇ ਉਹ ਇੰਨੇ ਜ਼ਿਆਦਾ ਹਨ, ਸੁਜ਼ਾਕੀ ਮਾਦਾ ਸੀ, ਅਤੇ ਮੇਰੇ ਪੂਰੇ ਜਿਸਮ ਦੇ ਵਿੱਚੋਂ ਪੀਪ ਹਰ ਟਾਈਮ ਜਾਰੀ ਔਰ ਖਾਰਿਸ਼ ਰਹਿੰਦੀ ਸੀ। ਅਤੇ ਮੈਂ ਹਾਜੀ ਸਾਹਿਬ ਕੋਲ ਗਿਆ, ਅਤੇ ਉਸ ਜ਼ਮਾਨੇ ਦੇ ਵਿੱਚ ਸਿਰਫ ਉਹਨਾਂ ਮੇਰੇ ਕੋਲ 10 ਰੁਪਏ ਲਏ ਸਨ, ਯਾਨੀ ਕਦੀਮ ਪੁਰਾਣੇ ਗੱਲ ਪੇ ਕਰਦੇ ਹਨ। ਉਹਨਾਂ ਕਿਹਾ ਕਿ 10 ਰੁਪਏ ਸਿਰਫ ਉਹਨਾਂ ਮੇਰੇ ਕੋਲ ਲਏ ਤਾਂ ਆਪਣੀ ਜੇਬ ਦੇ ਵਿੱਚੋਂ ਨਾ ਉਹਨਾਂ ਇੱਕ ਛੋਟੀ ਸ਼ੀਸ਼ੀ ਕੱਢੀ ਅਤੇ ਮੈਨੂੰ 21 ਪੁੜੀਆਂ ਬਣ ਕੇ ਦੇ ਦਿੱਤੀਆਂ। ਉਹ ਆਂਦੇ ਨੇ 21 ਪੁੜੀਆਂ ਖਾਂਦਿਆਂ ਅੱਜ ਤੱਕ ਮੈਨੂੰ ਦੁਬਾਰਾ ਕਦੀ ਐਲਰਜੀ ਨਹੀਂ ਹੋਈ। ਯਾਨੀ ਇਸ ਗੱਲ ਨੂੰ ਵੀ ਕੋਈ 30-35 ਸਾਲ ਸਮਝ ਲਓ 40 ਸਾਲ ਪੁਰਾਣੀ ਗੱਲ ਹੈ। ਅਤੇ ਉਹ ਕੀ ਕਰਦੇ ਹਨ, ਕੁਛ ਤਾਂ ਸਿਮਲ ਫਾਰੀ ਤਿਆਰ ਕਰਦੇ ਹਨ, ਜਿਹੜਾ ਫਟਕੀ ਵਾਲਾ ਬਹੁਰਾ ਹੁਣ ਤੁਹਾਨੂੰ ਦੱਸਿਆ। ਅਤੇ ਇਹਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਵਾਂ ਕਿ ਇਹ ਬੜੀ ਲਾਜਵਾਬ ਚੀਜ਼ ਹੈ। ਲੇਕਿਨ ਇਹ ਮਸਲਾ ਹੈ ਕਿ ਅਸੀਂ ਜ਼ਮਾਨੇ ਦੀ ਜਿੱਦਤ ਦੇ ਵਿੱਚ ਆ ਕੇ ਨਾ ਇਹਨਾਂ ਚੀਜ਼ਾਂ ਨੂੰ ਅਸਲ ਭੁੱਲਦੇ ਜਾ ਰਹੇ ਹਾਂ। ਇਹ ਬੜੇ ਮਫੀਦ ਨੁਸਖਾਜਾਤ ਨੇ, ਬੜੀਆਂ ਲਾਜਵਾਬ ਚੀਜ਼ਾਂ ਨੇ, ਔਰ ਜ਼ਮਾਨੇ ਦੀ ਜਿੱਦਤ ਦੇ ਧੋਖੇ 'ਚ ਆ ਕੇ ਇਹਨਾਂ ਚੀਜ਼ਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਕਿ ਇਹ ਚੀਜ਼ਾਂ ਹੈ ਕੀ ਨੇ। ਠੀਕ, ਤੁਸੀਂ ਮੇਰੀ ਗੱਲ ਸੁਣ ਕੇ ਹੈਰਾਨ ਹੋਵੋਗੇ। ਜੀ ਜੀ। ਇੱਕ ਵਾਰੀ ਇੱਕ ਮਰੀਜ਼ ਆਇਆ ਜੀ ਜੀ। ਤੇ ਹਾਜੀ ਸਾਹਿਬ ਨੇ ਸਿਮਲ ਫਰ ਕੱਚਾ ਨਾਖੂਨ ਨਾਲ ਤੋੜ ਕੇ ਨਾ ਇੱਕ ਤਿਲ ਦੇ ਦਾਣੇ ਜਿੰਨਾ, ਤਿਲ ਨਹੀਂ ਹੁੰਦਾ ਜਿਹੜਾ, ਜੀ ਜੀ, ਇੱਕ ਤਿਲ ਜਿੰਨਾ, ਹੂੰ, ਉਹਨੂੰ ਕਿਹਾ ਖਾ ਲੈ ਤੇ ਦੁੱਧ ਪੀ ਲਈ ਰੱਜ ਕੇ। ਮੈਂ ਕਿਹਾ ਹਾਜੀ ਸਾਹਿਬ ਕੱਚਾ ਸਿੰਖੀ ਆ। ਹੂੰ, ਉਹਨੇ ਕਿਹਾ ਇਹਨੂੰ ਇਹਦੀ ਜ਼ਰੂਰਤ ਸੀ। ਉਹਨਾਂ ਫਰਮਾਇਆ ਇਹਨੂੰ ਇਹਦੀ ਜ਼ਰੂਰਤ ਸੀ, ਠੀਕ ਹੈ, ਇਹਨੂੰ ਦੂਜੇ ਨੇ ਕੰਮ ਨਹੀਂ ਕਰਨਾ। ਤੇ ਮੈਂ ਕੋਈ ਨੁਕਸਾਨ, ਉਹਨਾਂ ਕਿਹਾ ਕੋਈ ਨੁਕਸਾਨ ਨਹੀਂ ਹੋਏਗਾ, ਦੁੱਧ ਪੀਵੇ ਰੱਜ ਕੇ। ਹੂੰ। ਇਹ ਉਹਨਾਂ ਦੇ ਤਜਰਬੇ ਦੀ ਗੱਲ ਹੈ, ਵਰਨਾ ਕੋਈ ਬੰਦਾ ਇੰਨਾ ਰਿਸਕ ਨਹੀਂ ਲੈ ਸਕਦਾ। ਜ਼ਾਹਿਰ ਹੈ ਉਹ ਤਾਂ ਬੜਾ ਵਸੀਹ ਤਜਰਬਾ ਸੀ ਉਹਨਾਂ ਦਾ। ਇਲਾਜ ਮਲ ਜਿਹੜਾ ਇੱਕ ਬੰਦਾ ਰੋਜ਼ਾਨਾ 1000 ਮਰੀਜ਼ ਵੇਖਦਾ ਹੈ, ਅਤੇ ਜ਼ਾਹਿਰ ਉਸ ਹਿਸਾਬ ਨਾਲ ਉਹਦਾ ਤਜਰਬਾ ਵੀ ਉਸ ਤਰ੍ਹਾਂ ਦਾ, ਕਿਉਂਕਿ ਹਾਜੀ ਸਾਹਿਬ ਉਸ ਕਦੀਮ ਦੌਰ ਦੇ ਵਿੱਚ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਉਹ ਮਰੀਜ਼ਾਂ ਵਿੱਚ ਘੇਰੇ ਨਹੀਂ ਦਿੰਦੇ, ਯਾਨੀ ਬਹੁਤ ਜ਼ਿਆਦਾ ਮਰੀਜ਼ ਉਹਨਾਂ ਦੇ ਇਤਮਾਦ ਕਰਦੇ ਹਨ, ਲੋਕ ਦਵਾਈ ਲੈ ਕੇ ਜਾਂਦੇ ਹਨ, ਔਰ ਸੁਬਾਹ ਤੋਂ ਲੈ ਕੇ ਸ਼ਾਮ ਤੱਕ 500-700 ਮਰੀਜ਼ ਉਹ ਵੇਖਦੇ ਹੁੰਦੇ ਹਨ। ਜਿਹੜਾ ਭਰਿਆ ਹੁੰਦਾ ਸੀ ਸਾਰਾ, ਹਾਂ, ਹਰ ਟਾਈਮ ਉਹਨਾਂ ਦੀ ਅੱਗੇ ਜਿਹੜਾ ਉਹਨਾਂ ਦਾ ਘਰ ਹੈ ਉਹ ਭਰਿਆ ਹੁੰਦਾ ਸੀ ਮਰੀਜ਼ਾਂ ਦੇ ਨਾਲ। ਅਤੇ ਜਿਸ ਬੰਦੇ ਨੇ ਇਹਨਾਂ ਮਰੀਜ਼ ਵੇਖਣਾ, ਜ਼ਾਹਿਰ ਉਹਦਾ ਤਜਰਬਾ ਵੀ ਉਸ ਹਿਸਾਬ ਨਾਲ ਹੁੰਦਾ ਹੈ। ਅਤੇ ਇਹ ਸਾਰੀਆਂ ਬਾਤਾਂ ਤਜਰਬੇ ਦੀਆਂ ਨੇ। ਤਾਂ ਕਈ ਹੋਰ ਵੀ ਵਾਕਿਆਤ ਜਿਹੜੇ ਨਾ ਹਾਜੀ ਸਾਹਿਬ ਦੇ ਲੋਕੀ ਦੱਸਦੇ ਨੇ ਕਿ ਇਸ ਤਰ੍ਹਾਂ ਅਤੇ ਇਸ ਤਰ੍ਹਾਂ ਨਹੀਂ, ਲੇਕਿਨ ਬਹੂ ਹੋਰਾਂ ਤੇ ਬਹੁਤ ਜ਼ਿਆਦਾ ਉਹਨਾਂ ਦੇ ਕੋਲ ਜਿਹੜਾ ਨਾ ਮਤਲਬ ਕਿ ਇਹਨਾਂ ਨਾਲ ਉਹਨਾਂ ਵਕਤ ਗੁਜ਼ਾਰਿਆ, ਇਹਨਾਂ ਬੜੇ ਤਜਰਬਾਤ ਸਿੱਖੇ ਉਹਨਾਂ ਕੋਲੋਂ, ਬੜੇ ਕੁਸ਼ਤਾ ਸਾਜ਼ੀ ਬਹੁਤ ਜ਼ਿਆਦਾ ਇਹਨਾਂ ਦੇ ਜਿਹੜਾ ਨਾ ਇਹਨਾਂ ਕੀਤੇ ਨੇ। ਅਤੇ ਇਹ ਸਿਰਫ ਤੁਹਾਨੂੰ ਦੱਸਣਾ ਹੈ ਕਿ ਇਹਨਾਂ ਤੁਹਾਨੂੰ ਕੋਈ ਚੰਦ ਚੀਜ਼ਾਂ ਬਹੂ ਹੋਰਾਂ ਨੇ ਦੱਸੀਆਂ ਵੀ ਨੇ, ਹਕੀਮ ਕਮਰੁਦੀਨ ਸਾਹਿਬ ਨੇ, ਅਤੇ ਮੇਰੇ ਬੜੇ ਅੱਛੇ ਦੋਸਤ ਨੇ, ਬੜੇ ਪੁਰਾਣੇ ਦੋਸਤ ਨੇ, ਅਤੇ ਮਾਸ਼ਾਅੱਲਾ ਸਾਡੇ ਡਸਕੇ ਦੇ ਹੀ ਰਹਿਣ ਵਾਲੇ ਨੇ, ਸਾਡੇ ਆਬਾਈ ਇਲਾਕੇ ਦੇ ਰਹਿਣ ਵਾਲੇ ਨੇ। ਅਤੇ ਇਨਸ਼ਾ ਅੱਲਾਹ ਤਾਲਾ ਮਜ਼ੀਦ ਇਹਨਾਂ ਨਾਲ ਫਿਰ ਅਸੀਂ ਹੋਰ ਵੀ ਮਜ਼ੀਦ ਇਹਨਾਂ ਨਾਲ ਕਦੀ ਕਦੀ ਇਨਸ਼ਾ ਅੱਲਾਹ ਤਾਲਾ ਵੀਡੀਓ ਬਣਾਵਾ ਕਰਾਂਗੇ ਅਤੇ ਤੁਹਾਡੀ ਖਿਦਮਤ 'ਚ ਅਰਜ਼ ਕਰਾਂਗੇ। ਅੱਲਾਹ ਹਾਫਿਜ਼।